Now let us continue with your chapter, The Elixir of Life. This is my lecture number 6. So we were on page number 122, last paragraph. Water is the basis of all life. So water, पानी जिहड़ा है वो जीवन दा आधार है. Every animal and every plant contains a substantial proportion of free and combined water in its body, and no kind of physiological activity is possible in which the fluid does not play an essential part. So, जिसा सानू भी पता कि साडी शरीर दा काफ़ी हिस्सा काहदा बनया होया पानी दा, हर प्लांट दा, हर जानवर दा, शरीर ਦਾ ਕਾਫੀ ਹਿੱਸਾ ਕਾਹਦਾ ਬਣਿਆ ਹੁੰਦਾ ਪਾਣੀ ਦਾ ਔਰ ਇਸੇ ਤਰ੍ਹਾਂ ਦੇ ਨਾਲ ਸਾਡਾ ਕੋਈ ਵੀ ਜਿਹੜਾ ਫਿਜ਼ੀਓਲੋਜੀਕਲ ਐਕਟੀਵਿਟੀ ਹੈ ਬੋਡੀ ਦੀ ਉਹ ਪਾਣੀ ਤੋਂ ਬਿਨਾ ਸੰਭਵ ਨਹੀਂ ਹੈ ਕਿ ਫਿਜ਼ੀਓਲੋਜੀਕਲ ਐਕਟੀਵਿਟੀਜ਼ ਕਿਹੜੀਆਂ ਹੋ ਜਾਂਦੀਆਂ ਜਿਹੜੇ ਵੀ ਸਾਡੀ ਬੋਡੀ ਦੇ ਫੰਕਸ਼ਨਸ ਹੈ ਫੋਰ ਐਗਜ਼ਾਮਪਲ ਖਾਣੇ ਨੂੰ ਪਚਾਉਣਾ ਹਾਰਟ ਜਿਹੜਾ ਉਹ ਖੂਨ ਨੂੰ ਪੰਪ ਕਰਦਾ ਆਲ ਦੀਜ਼ ਆਰ ਫਿਜ਼ੀਓਲੋਜੀਕਲ ਐਕਟੀਵਿਟੀਜ਼ ਔਰ ਪਾਣੀ ਤੋਂ ਬਿਨਾ ਕੁਛ ਵੀ ਕੋਈ ਵੀ ਤੁਹਾਡਾ ਜਿਹੜਾ ਬੋਡੀ ਦਾ ਔਰਗਨ ਹੈ ਉਹ ਆਪਣਾ ਕੰਮ ਨਹੀਂ ਕਰ ਸਕਦਾ ਸੋ ਸਿਰਫ ਸਾਨੂੰ ਕੀ ਦੱਸ ਰਿਹਾ ਕਿ ਹਾਊ ਇੰਪੋਰਟੈਂਟ ਵਾਟਰ ਇਜ਼ Water is, of course, necessary for animal life, while moisture in the soil is equally imperative for the life and growth of plants and trees, though the quantity necessarily varies enormously with the species. So, ਕੀ ਕਹਿੰਦਾ ਕਿ animal life ਵਾਸਤੇ, for example, ਜਿਸ ਤਰ੍ਹਾਂ animals ਵਾਸਤੇ ਤਾਂ ਜਿਹੜਾ ਪਾਣੀ ਹੈ ਉਹ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਨਾਲ ਉਹਦੇ ਵਿੱਚ ਕੀ ਦੱਸਦਾ ਕਿ ਪਲਾਂਟਸ ਤੇ ਟਰੀਜ਼ ਵਾਸਤੇ ਵੀ ਪਾਣੀ ਬਹੁਤ ਜ਼ਰੂਰੀ ਹੈ ਉਹ ਵੀ ਕੀ ਹੋ ਜਾਂਦੇ ਮਰ ਜਾਂਦੇ ਹੈ ਬਿਨਾਂ ਪਾਣੀ ਤੋਂ ਪਰ ਉਹ ਕੀ ਕਹਿੰਦਾ ਕਿ ਇਹ ਜ਼ਰੂਰ ਹੈ ਕਿ ਕਿੰਨਾ ਪਾਣੀ ਚਾਹੀਦਾ ਪਲਾਂਟ ਨੂੰ ਜਾਂ ਕਿਸੇ ਟਰੀ ਨੂੰ ਇਹ ਹਰ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਕੀ ਹੈ ਉਹ ਅਲੱਗ-ਅਲੱਗ ਹੈ ਜਿੱਦਾਂ ਤੁਸੀਂ ਦੇਖਿਆ ਹੋਣਾ ਜਿਹੜਾ ਕੈਕਟਸ ਹੈ ਕੁਛ ਉਹ ਜਿਹੜਾ ਹੈਗਾ ਉਹ ਜ਼ਿਆਦਾ ਪਾਣੀ ਰਿਕੁਆਇਰ ਨਹੀਂ ਕਰਦਾ ਕਲੀਅਰ ਉਹ ਚੱਲਦਾ ਰਹਿੰਦਾ ਸੋ ਕਈ ਪਲਾਂਟਸ ਨੂੰ ਬਹੁਤ ਪਾਣੀ ਚਾਹੀਦਾ ਹੁੰਦਾ ਹੈ ਪੇੜਾਂ ਨੂੰ ਜ਼ਿਆਦਾ ਪਾਣੀ ਚਾਹੀਦਾ ਹੁੰਦਾ ਕਈਆਂ ਨੂੰ ਘੱਟ ਚਾਹੀਦਾ ਹੁੰਦਾ ਸੋ ਕਹਿੰਦਾ ਕਿ ਅਲੱਗ-ਅਲੱਗ ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਸੇ ਪਲਾਂਟ ਨੂੰ ਬਿਲਕੁਲ ਵੀ ਪਾਣੀ ਦੀ ਲੋੜ ਨਹੀਂ ਹੈ ਜਾਂ ਕਿਸੇ ਟਰੀ ਨੂੰ ਸੋ ਸਾਨੂੰ ਕੀ ਦੱਸ ਰਿਹਾ ਹਾਊ ਇੰਪੋਰਟੈਂਟ ਵਾਟਰ ਇਜ਼ the conservation and utilization of water is thus fundamental for human welfare. So ਇਸ ਕਰਕੇ ਪਾਣੀ ਨੂੰ ਬਚਾ ਕੇ ਰੱਖਣਾ ਸਾਡੀ ਭਲਾਈ ਵਿੱਚ ਹੈ apart from artesian water the ultimate source in all cases is rain or snowfall. So ਕੀ ਕਹਿੰਦਾ ਕਿ ਜਿਹੜਾ ਆਰਟੀਜ਼ੀਅਨ ਵਾਟਰ ਕਿਹੜਾ ਜਿਹੜਾ ਕਿ ਧਰਤੀ ਦੇ ਵਿੱਚ ਬੋਰ ਕਰਕੇ ਕੱਢਿਆ ਜਾਂਦਾ ਸੋ ਕੀ ਕਹਿੰਦਾ ਕਿ ਇੱਕ ਤਾਂ ਜਿਹੜਾ ਧਰਤੀ ਚੋਂ ਕੱਢਿਆ ਜਾਂਦਾ ਪਾਣੀ ਉਹੀ ਤਕਰੀਬਨ ਅਸੀਂ ਉੱਥੋਂ ਹੀ ਸਾਰੇ ਪਾਣੀ ਲੈਂਦੇ ਹਾਂ ਇਸ ਤੋਂ ਇਲਾਵਾ ਹੋਰ ਪਾਣੀ ਦੇ ਸਰੋਤ ਕਿਹੜੇ ਹੈ ਬਾਰਿਸ਼ ਜਾਂ ਬਰਫ਼ snowfall. Much of Indian agriculture depends on seasonal rainfall and is therefore very sensitive to any failure or irregularity of the same. So ਕੀ ਕਹਿੰਦਾ ਹੈ ਕਿ ਜ਼ਿਆਦਾਤਰ ਸਾਡੀ ਜਿਹੜੀ ਖੇਤੀਬਾੜੀ ਉਹ ਕਾਹਤੇ ਡਿਪੈਂਡ ਕਰਦੀ ਹੈ ਬਾਰਿਸ਼ ਤੇ ਸੋ ਇਸ ਕਰਕੇ ਜੇ ਘੱਟ ਹੁੰਦੀ ਹੈ ਬਾਰਿਸ਼ ਤਾਂ ਫਿਰ ਜਿਹੜੀ ਫਸਲ ਹੈ ਉਹ ਖਤਮ ਹੋ ਜਾਂਦੀ ਹੈ the problems of soil erosion and of inadequate or irregular rainfall are closely connected with each other ਸੋ ਇਸ ਕਰਕੇ ਜਿਹੜੀ ਸੋਇਲ ਇਰੋਜ਼ਨ ਦੀ ਪ੍ਰੋਬਲਮ ਹੈ ਤੇ ਜਿਹੜੀ ਬਾਰਿਸ਼ ਦਾ ਘੱਟ ਆਉਣਾ ਇਹ ਕੀ ਹੈਗਾ ਇਹ ਇੱਕ ਦੂਸਰੇ ਦੇ ਨਾਲ ਇਹ ਦੋਨੋਂ ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ It is clear that the adoption of techniques preventing soil erosion would also help to conserve and keep the water where it is wanted. In other words, on and in the soil, and such techniques therefore serve a double purpose. So ਫਿਰ ਉਹ ਕੀ ਕਹਿੰਦਾ ਕਿ ਕਿੱਦਾਂ ਇੱਕ ਦੂਜੇ ਨਾਲ ਇਹ ਦੋਨੋਂ ਚੀਜ਼ਾਂ ਜੁੜੀਆਂ ਹੋਈਆਂ ਕਿ ਫੋਰ ਐਗਜ਼ਾਮਪਲ ਜੇ ਅਸੀਂ ਜੇ ਅਸੀਂ ਧਰਤੀ ਜਿਹੜੀ ਮਿੱਟੀ ਦੇ ਖੁਰਨੇ ਨੂੰ ਰੋਕਣ ਵਾਸਤੇ ਜੇ ਅਸੀਂ ਕਦਮ ਉਠਾਵਾਂਗੇ ਤਾਂ ਫਿਰ ਕੀ ਹੈ ਫਿਰ ਅਸੀਂ ਪਾਣੀ ਨੂੰ ਵੀ ਰੋਕ ਪਾਵਾਂਗੇ ਜਿੱਥੇ ਉਹ ਚਾਹੀਦਾ ਹੈਗਾ ਇਨ ਅਦਰ ਵਰਡਸ ਔਨ ਐਂਡ ਇਨ ਦ ਸੋਇਲ ਕਿ ਧਰਤੀ ਦੇ ਵਿੱਚ ਵੀ ਫਿਰ ਪਾਣੀ ਜਿਹੜਾ ਉਹ ਬਚਿਆ ਰਹੇਗਾ ਐਂਡ ਸੱਚ ਟੈਕਨੀਕਸ ਦੇਅਰਫੋਰ ਸਰਵ ਅ ਡਬਲ ਪਰਪਸ Next, dekho, it is evident, however, that in a country having only a seasonal rainfall, an immense quantity of rainwater must necessarily run off the ground. So, ਕੀ ਕਹਿੰਦਾ ਕਿ ਸਾਡੀ ਕੰਟਰੀ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਜਿੱਥੇ ਸਿਰਫ ਸੀਜ਼ਨਲ ਰੇਨਫਾਲ ਹੁੰਦੀ ਹੈ ਸੀਜ਼ਨਲ ਰੇਨਫਾਲ ਦਾ ਮਤਲਬ ਕੀ ਹੈ ਕਿ ਜਿੱਥੇ ਸਿਰਫ ਮੌਸਮ
ਜਦੋਂ ਮੌਸਮ ਆਉਂਦਾ ਬਾਰਿਸ਼ ਦਾ ਉਦੋਂ ਹੀ ਬਾਰਿਸ਼ ਹੁੰਦੀ ਹੈ, ਮਤਲਬ ਸਾਰਾ ਸਾਲ ਨਹੀਂ ਹੁੰਦੀ ਰਹਿੰਦੀ। ਪਰ ਉੱਥੇ ਸਾਡੀ ਵੀ ਕੰਟਰੀ 'ਚ ਕੀ ਪ੍ਰੋਬਲਮ ਹੈ ਕਿ ਜ਼ਿਆਦਾ ਜਿਹੜਾ ਰੇਨਫਾਲ ਹੈ, ਬਾਰਿਸ਼ ਦੇ ਪਾਣੀ ਦੀ ਅਸੀਂ ਸੰਭਾਲ ਨਹੀਂ ਕਰਦੇ। ਜ਼ਿਆਦਾਤਰ ਉਹ ਨਾਲਿਆਂ ਵਿੱਚ ਬਹਿ ਜਾਂਦਾ, ਵੇਸਟ ਚਲ ਜਾਂਦਾ ਹੈ। The collection and utilization of this water is therefore of vital importance. So ਇਸ ਕਰਕੇ ਇੰਡੀਆ ਨੂੰ ਕਾਹਦੀ ਜ਼ਰੂਰਤ ਹੈ ਕਿ ਰੇਨ ਵਾਟਰ ਨੂੰ ਸੰਭਾਲਿਆ ਜਾਏ ਤੇ ਫਿਰ ਉਹਨੂੰ ਵਰਤੋਂ ਵਿੱਚ ਲਿਆਇਆ ਜਾਏ। ਸੋ ਨੈਕਸਟ ਵੀ ਦੇਖੋ ਕੀ ਕਹਿੰਦਾ ਕਿ ਜ਼ਿਆਦਾਤਰ ਜਿਹੜਾ ਮਚ ਆਫ ਇਟ ਫਲੋਜ਼ ਡਾਊਨ ਇਨਟੂ ਦ ਸਟਰੀਮਸ ਐਂਡ ਰਿਵਰਸ ਐਂਡ ਅਲਟੀਮੇਟਲੀ ਫਾਈਂਡਸ ਇਟਸ ਵੇ ਟੂ ਦ ਸੀ। ਸੋ ਆਮ ਤੌਰ 'ਤੇ ਅਸੀਂ ਜਦੋਂ ਬਾਰਿਸ਼ ਦਾ ਜਿਹੜਾ ਪਾਣੀ ਉਹਨੂੰ ਸੰਭਾਲ ਕੇ ਨਹੀਂ ਰੱਖਦੇ, ਜ਼ਿਆਦਾਤਰ ਉਹ ਨਾਲਿਆਂ ਵਿੱਚ ਬਹਿ ਜਾਂਦਾ ਹੈ ਤੇ ਅਲਟੀਮੇਟਲੀ ਨਦੀਆਂ 'ਚ ਮਿਲ ਜਾਂਦਾ ਹੈ ਤੇ ਫਿਰ ਜਾ ਕੇ ਕਿੱਥੇ ਮਿਲ ਜਾਂਦਾ ਹੈ, ਸਮੁੰਦਰ ਦੇ ਵਿੱਚ। ਸੋ ਅਸੀਂ ਉਹਨੂੰ ਸੰਭਾਲਦੇ ਨਹੀਂ ਹਾਂ। Incredibly large quantities of the precious fluid are thus lost to the country. So fluid ਕੀ ਹੁੰਦਾ ਹੈ, ਤਰਲ ਪਦਾਰਥ। precious ਕੀ ਹੁੰਦਾ ਹੈ, ਬਹੁਤ ਕੀਮਤੀ। ਸੋ ਕਹਿੰਦਾ ਇਸ ਤਰ੍ਹਾਂ ਅਸੀਂ ਕੀਮਤੀ ਤਰਲ ਪਦਾਰਥ ਕੀ ਹੈਗਾ, ਵਾਟਰ। ਸੋ ਕਹਿੰਦਾ ਇਸ ਤਰ੍ਹਾਂ ਅਸੀਂ ਵਾਟਰ ਨੂੰ ਬਹੁਤ ਜ਼ਿਆਦਾ ਅਸੀਂ ਕੀ ਕਰ ਦਿੰਦੇ ਹਾਂ, ਵੇਸਟ ਕਰ ਦਿੰਦੇ ਹਾਂ। The harnessing of our rivers, the waters of which now mostly run to waste, is a great national problem which must be considered and dealt with on national lines. So ਇਸ ਕਰਕੇ ਆਪਣੀਆਂ ਰਿਵਰਸ ਤੇ ਪਾਣੀ ਤੋਂ ਮੈਕਸੀਮਮ ਉਹਨਾਂ ਦਾ ਇਸਤੇਮਾਲ ਕਰਨਾ, ਮਤਲਬ ਉਹਨਾਂ ਨੂੰ ਮੈਕਸੀਮਮ ਯੂਜ਼ ਵਿੱਚ ਲਿਆਉਣਾ, ਉਹਨਾਂ ਤੋਂ ਫਾਇਦਾ ਚੱਕਣਾ। ਇਹ ਕੀ ਹੈ, ਇਹ ਇੱਕ ਬਹੁਤ ਵੱਡੀ ਇੰਪੋਰਟੈਂਟ ਚੀਜ਼ ਹੈ ਪੂਰੀ ਕੰਟਰੀ ਵਾਸਤੇ। Vast areas of land which at present are mere scrub jungle could be turned into fertile and prosperous country by courageous and well planned action. So ਇਸ ਕਰਕੇ ਜੇ ਅਸੀਂ ਪਾਣੀ ਦੀ ਸਹੀ ਸੰਭਾਲ ਕਰਾਂਗੇ ਤਾਂ ਫਿਰ ਅਸੀਂ ਉਹਨੂੰ ਸਹੀ ਵਰਤੋਂ ਵਿੱਚ ਲੈ ਕੇ ਆਵਾਂਗੇ, ਤਾਂ ਉਹਦੇ ਨਾਲ ਜਿਹੜੀ ਧਰਤੀ ਦੇ ਉੱਪਰ ਇਸ ਵੇਲੇ ਕੁਛ ਵੀ ਨਹੀਂ ਉਗਦਾ। ਯੂਜ਼ਲੈਸ ਪਲਾਂਟਸ ਉਗਦੇ ਆ ਜਿੱਥੇ ਕਿ ਕੋਈ ਕੰਮ ਦੀ ਚੀਜ਼ ਨਹੀਂ ਉਗਦੀ, ਉਹਨੂੰ ਪਾਣੀ ਦੀ ਮਦਦ ਦੇ ਨਾਲ ਉਹਨੂੰ ਕੀ ਬਣਾਇਆ ਜਾ ਸਕਦਾ, ਬਹੁਤ ਜ਼ਿਆਦਾ ਉਹਨੂੰ ਫਰਟਾਈਲ ਬਣਾਇਆ ਜਾ ਸਕਦਾ। ਫਰਟਾਈਲ ਦਾ ਮਤਲਬ ਹੀ ਕੀ ਹੈ ਕਿ ਬਹੁਤ ਉਪਜਾਊ ਬਣਾਇਆ ਜਾ ਸਕਦਾ ਹੈ। ਸੋ ਨੈਕਸਟ ਸਪਲਾਈਜ਼ ਇਜ਼ ਦ ਪ੍ਰੋਬਲਮ ਆਫ ਐਫੋਰੈਸਟੇਸ਼ਨ। ਸੋ ਫਿਰ ਉਹ ਕੀ ਕਹਿੰਦਾ ਕਿ ਕੰਜ਼ਰਵੇਸ਼ਨ ਆਫ ਵਾਟਰ ਕੀ ਹੈ, ਪਾਣੀ ਦੀ ਸਾਂਭ ਸੰਭਾਲ। ਸੋ ਇਹਦੇ ਨਾਲ ਹੀ ਇੱਕ ਹੋਰ ਚੀਜ਼ ਜੁੜੀ ਹੋਈ ਹੈ, ਉਹ ਕੀ ਹੈ, ਐਫੋਰੈਸਟੇਸ਼ਨ ਦੀ ਪ੍ਰੋਬਲਮ। ਐਫੋਰੈਸਟੇਸ਼ਨ ਦਾ ਮਤਲਬ ਕੀ ਹੈ, ਪੇੜ ਪੌਦੇ ਲਗਾਉਣਾ। ਐਫੋਰੈਸਟੇਸ਼ਨ ਦਾ ਮਤਲਬ ਇਹ ਹੈ ਕਿ ਧਰਤੀ ਦੇ ਉੱਪਰ ਪੇੜ ਪੌਦੇ ਲਗਾਉਣਾ। The systematic planting of suitable trees in every possible or even in impossible areas and the development of what one can call civilized forests as distinguished from wild and untamed jungle is one of the most urgent needs of India. So ਕੀ ਕਹਿੰਦਾ ਕਿ ਸਹੀ ਜਗ੍ਹਾ ਦੇ ਉੱਪਰ ਸਹੀ ਦਰਖਤ ਲਗਾਉਣਾ, ਇਹ ਕੀ ਹੈ, ਇਹ ਅੱਜ ਦੀ ਬਹੁਤ ਵੱਡੀ ਜ਼ਰੂਰਤ ਹੈ। ਅੱਗੇ ਦੱਸੋ, ਦੇਖਿਓ ਕਿਉਂ ਕਹਿੰਦਾ ਇਸ ਤਰ੍ਹਾਂ। Such plantation would directly and indirectly prove a source of untold wealth to the country. ਮਤਲਬ ਇਹ ਕਹਿੰਦਾ ਕਿ ਜੇ ਅਸੀਂ ਦਰਖਤ ਤੇ ਜੇ ਅਸੀਂ ਪੌਦੇ ਲਗਾਵਾਂਗੇ ਤਾਂ ਉਹਦੇ ਨਾਲ ਬਹੁਤ ਵੱਡੀ ਇੱਕ ਦੌਲਤ ਕੰਟਰੀ ਦੇ ਹੱਥ ਲੱਗ ਸਕਦੀ ਹੈ। ਕਿਸ ਤਰ੍ਹਾਂ? It would check soil erosion. ਸੋ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਸੋਲਵ ਹੋਊਗੀ ਜੇ ਅਸੀਂ ਪੇੜ ਪੌਦੇ ਲਗਾਵਾਂਗੇ, ਤਾਂ ਸੋਇਲ ਇਰੋਜਨ ਨਹੀਂ ਹੋਏਗੀ। ਸੋਇਲ ਇਰੋਜਨ ਦਾ ਮਤਲਬ ਹੀ ਕੀ ਹੈ, ਮਿੱਟੀ ਦਾ ਖੁਰਨਾ। ਉਹ ਕਿੱਦਾਂ ਬੰਦ ਹੋਏਗਾ ਕਿ ਜਿਹੜੇ ਦਰਖਤ ਹੈ ਉਹਨਾਂ ਦੀਆਂ ਜੜ੍ਹਾਂ ਮਿੱਟੀ ਨੂੰ ਪਕੜ ਕੇ ਰੱਖਣਗੀਆਂ, ਜਿਹਦੇ ਨਾਲ ਕਿ ਨਦੀ ਦਾ ਪਾਣੀ ਨਦੀ ਦੇ ਕਿਨਾਰਿਆਂ ਨੂੰ ਬਹਾ ਕੇ ਨਹੀਂ ਲਿਜਾ ਸਕਦਾ। Next ਦੇਖੋ, it would check soil erosion and conserve the water and would provide the necessary supplies of cheap fuel. ਇਸ ਤੋਂ ਇਲਾਵਾ ਬਾਲਣ ਵੀ ਉਹਨਾਂ ਦਰਖਤਾਂ ਤੋਂ ਲਿਆ ਜਾ ਸਕਦਾ ਹੈ। And thus render unnecessary the wasteful conversion of farmyard manure into a form of fuel. Fuel ਕੀ ਹੁੰਦਾ? ਬਾਲਣ। ਤੇ farmyard manure ਕੀ ਹੈ? ਗੋਬਰ। farmyard manure. ਸੋ ਕਹਿੰਦਾ ਕਿ ਜਦੋਂ ਅਸੀਂ ਜ਼ਿਆਦਾ ਦਰਖਤ ਲਗਾਵਾਂਗੇ ਫਿਰ ਉਹਨਾਂ ਤੋਂ ਲੋਕ ਬਾਲਣ ਵੀ ਯੂਜ਼ ਕਰ ਸਕਦੇ ਆ, ਜਿਹਦੇ ਨਾਲ ਕਿ ਜਿਹੜਾ ਗੋਬਰ ਹੈਗਾ ਉਹਦਾ ਇਸਤੇਮਾਲ ਕਰਨ ਦੀ ਜ਼ਰੂਰਤ ਨਹੀਂ ਪਏਗੀ। Next para. The measures necessary to control the movement of water and conserve the supplies of it can also serve subsidiary purposes of value to life of the countryside. So ਇਹਦੇ ਵਿੱਚ ਹੁਣ next para ਜਿਹੜਾ ਅਸੀਂ ਕਰਨ ਲੱਗੇ ਹਾਂ, it is very simple. ਇਹਦੇ simply ਉਹ ਕੀ ਕਹੂਗਾ ਕਿ ਅਸੀਂ ਨਦੀਆਂ ਦੀ ਜਿਹੜੀ ਵਰਤੋਂ ਹੈ
ਨਹਿਰਾਂ ਦੀ ਵਰਤੋਂ ਅਸੀਂ ਕਿੱਦਾਂ ਕਰ ਸਕਦੇ ਹਾਂ? ਆਵਾਜਾਈ ਦੇ ਸਾਧਨ ਬਣਾ ਸਕਦੇ ਹਾਂ ਨਦੀਆਂ ਨੂੰ ਤੇ ਨਹਿਰਾਂ ਨੂੰ। ਦੇਖੋ ਇਹਨੂੰ, by far the cheapest form of internal transport in a country is by boats and barges through canals and rivers. ਸੋ ਕੀ ਕਹਿੰਦਾ ਕਿ ਸਭ ਤੋਂ ਸਸਤਾ ਤਰੀਕਾ ਹੈ ਨਦੀਆਂ ਵਿੱਚ ਕਿਸ਼ਤੀਆਂ ਦੇ ਥਰੂ ਟਰੈਵਲ ਕਰਨਾ। ਸੋ ਇਹ ਵੀ ਕਹਿੰਦਾ ਕਰ ਸਕਦੇ ਹਾਂ ਆਪਾਂ। We hear much about programs of rail and road construction, but far too little about the developments of internal waterways in India. ਸੋ ਕੀ ਕਹਿੰਦਾ ਕਿ ਬਹੁਤ ਵਾਰ ਇਹ ਤੁਸੀਂ ਵੀ ਸੁਣਿਆ ਹੋਣਾ ਹੈ ਕਿ ਸਰਕਾਰਾਂ ਕੀ ਕਹਿੰਦੀਆਂ ਕਿ ਅਸੀਂ ਰੇਲਵੇ ਦਾ ਜਾਲ ਵਿਛਾਵਾਂਗੇ, ਅਸੀਂ ਬੱਸਿਸ ਇੰਨੀਆਂ ਨਵੀਆਂ ਲੈ ਰਹੇ ਹਾਂ, ਪਰ ਅਸੀਂ ਵੀ ਕਦੇ ਨਹੀਂ ਸੁਣਿਆ ਕਿ ਕੋਈ ਕਹਿ ਰਹੇ ਹੋਣ ਕਿ ਅਸੀਂ ਇਸ ਨਦੀ ਦੇ ਵਿੱਚ ਯਾਤਾਯਾਤ ਨੂੰ ਡਿਵੈਲਪ ਕਰਾਂਗੇ। ਸੋ ਕੀ ਕਹਿੰਦਾ ਕਿ ਉਹ ਸਭ ਤੋਂ ਸਸਤਾ ਤਰੀਕਾ ਹੈ, ਕਿਉਂਕਿ ਉਹਦੇ 'ਚ ਨਾ ਪੈਟਰੋਲ ਲੱਗਣਾ ਹੈ। ਕਿ ਜੇ ਅਸੀਂ ਨਦੀਆਂ ਦੇ ਥਰੂ ਜੇ ਅਸੀਂ ਯਾਤਾਯਾਤ ਦਾ ਸਾਧਨ ਸ਼ੁਰੂ ਕਰੀਏ ਤਾਂ ਕੀ ਹੈ ਉਹ ਕੀ ਹੈ, ਬਹੁਤ ਹੀ ਸਸਤਾ ਹੈ। ਸੋ ਕਹਿੰਦਾ ਕਿ ਨਦੀਆਂ ਨੂੰ ਇੱਦਾਂ ਵੀ ਡਿਵੈਲਪ ਕਰਨਾ ਚਾਹੀਦਾ ਕਿ ਇਹਨਾਂ ਵਿੱਚ ਕਿਸ਼ਤੀਆਂ ਚਲਾ ਕੇ ਉੱਥੋਂ ਉਹਦੇ ਥਰੂ ਸਫ਼ਰ ਕੀਤਾ ਜਾਏ। ਓਕੇ, ਅੱਗੇ ਉਹਨੇ ਹੋਰ ਕੀ ਫਾਇਦਾ ਦੱਸਿਆ? Then again, the harnessing of water supplies usually also makes possible the development of hydroelectric power. ਇਸੇ ਹਾਈਡਰੋਇਲੈਕਟ੍ਰਿਕ ਪਾਵਰ ਦਾ ਮਤਲਬ ਕੀ ਹੈ ਕਿ ਅਸੀਂ ਪਾਣੀ ਤੋਂ ਬਿਜਲੀ ਵੀ ਕੱਢ ਸਕਦੇ ਹਾਂ। ਸੋ ਸਾਰੇ ਤੁਹਾਨੂੰ ਤਰੀਕੇ ਦੱਸ ਰਿਹਾ ਹੈ ਕਿ ਪਾਣੀ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ। ਸੋ ਜਿਹਦੇ ਨਾਲ ਕਿ ਫਿਰ ਉਹ ਕੀ ਹੈ ਕਿ ਨੈਕਸਟ ਲਾਈਨ 'ਚੋਂ ਕੀ ਕਹਿ ਰਿਹਾ, ਇਹਦੇ ਨਾਲ ਪਿੰਡਾਂ ਨੂੰ ਵੀ ਮਤਲਬ ਜਿਹੜੀ ਪੇਂਡੂ ਅਰਥ ਵਿਵਸਥਾ ਹੈ ਉਹਨੂੰ ਵੀ ਕੀ ਕੀਤਾ ਜਾ ਸਕਦਾ, ਸੁਧਾਰਿਆ ਜਾ ਸਕਦਾ। ਸੋ ਕੀ ਕਹਿੰਦਾ ਕਿ ਇਸ ਤਰ੍ਹਾਂ ਅਸੀਂ ਅੰਡਰਗਰਾਊਂਡ ਵਾਟਰ ਨੂੰ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰ ਸਕਦੇ ਹਾਂ। ਲਾਸਟ ਪੈਰਾ ਦੇਖੋ, ਇਨ ਵਨ ਸੈਂਸ ਵਾਟਰ ਇਜ਼ ਦ ਕਾਮਨੈਸਟ ਆਫ ਲਿਕੁਇਡਸ, ਕਿ ਇੱਕ ਤਰ੍ਹਾਂ ਦੇ ਨਾਲ ਜੇ ਸੋਚਿਆ ਜਾਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਆਮ ਮਿਲਣ ਵਾਲਾ ਪਦਾਰਥ ਹੈ ਤਰਲ, ਉਹ ਕੀ ਹੈ? ਵਾਟਰ। In another sense, it is the most uncommon of liquids with amazing properties which are responsible for its unique power of maintaining animal and plant life. So, ਪਹਿਲੀ ਗੱਲ ਉਹ ਕੀ ਕਹਿ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਆਮ ਪਾਇਆ ਜਾਣ ਵਾਲਾ ਪਦਾਰਥ ਹੈ, ਤੇ ਨਾਲ ਹੀ ਉਹਨਾਂ ਨੇ ਕੀ ਕਿਹਾ ਕਿ ਸਭ ਤੋਂ ਖਾਸ ਵੀ ਇਹੀ ਹੈ। ਕਿਉਂਕਿ ਪਾਣੀ ਦੇ ਨਾਲ ਹੀ ਜੀਵਨ ਹੈ। ਜੇ ਪਾਣੀ ਨਾ ਹੋਵੇ ਤਾਂ ਇੱਥੇ ਕੋਈ ਵੀ ਚੀਜ਼ ਜ਼ਿੰਦਾ ਨਹੀਂ ਬਚੇਗੀ। ਸੋ ਇਟ ਇਜ਼ ਦ ਮੋਸਟ uncommon of liquids with amazing properties. Amazing ਦਾ ਮਤਲਬ ਕਿ ਅਦਭੁਤ। ਸੋ ਇਹ ਕੀ ਹੈ? ਸਭ ਤੋਂ ਜ਼ਿਆਦਾ ਖਾਸ ਪਦਾਰਥ ਹੈ। The investigation of the nature and properties of water is therefore of the highest scientific interest and is far from an exhausted field of research. ਸੋ ਕੀ ਕਹਿੰਦਾ ਕਿ ਇਸ ਕਰਕੇ ਪਾਣੀ ਇੰਨੀ ਅਦਭੁਤ ਚੀਜ਼ ਹੈ ਕਿ ਇੱਥੇ ਜਿੰਨੀ ਵੀ ਰਿਸਰਚ ਕੀਤੀ ਜਾਏ ਉਹ ਘੱਟ ਹੈ। So now I make an end here.